उधर किसान अंदोलन विचाले बीजेपी आगू सुरजीत कुमार जियानी बोले कि केंद्र अज भी किसानां दे नाल गलबात लई तैयार है, पर किसान हां या ना दी रणनीति तो अगे वधण। नाल ही उन्हां कहा सुप्रीम कोर्ट जो भी फैसला करेगी सानू मंजूर है। पंजाब दे विच फसलां दी चुकाई नूं लैके उन्हां कहा पंजाब च FCI फसल चुकदी है, सूबा सरकार नहीं। इसलिए जो चिंता है किसानां दी ਉਹ दूर करन दे लई ਅਸੀਂ हर वेले तैयार हां। नाल ही एक वड्डी गल उन्हां ने कही कि पंजाब नूं कॉरपोरेट घराणियां दी लोड़ है। ਤਾਂ ਸੁਰਜੀਤ ਜਿਆਣੀ ਜਿਹੜੇ ਲਗਾਤਾਰ ਇਹ ਗੱਲ ਕਹਿੰਦੇ ਨੇ ਕਿ ਮੈਂ ਕਿਸਾਨ ਹਾਂ, ਖੇਤੀ ਦੇ ਨਾਲ ਜੁੜਿਆ ਵਾਂ। ਬੀਜੇਪੀ ਆਗੂ ਤੋਂ ਪਹਿਲਾਂ ਜੋ ਮੈਂ ਕਿਸਾਨ ਹੋ ਕੇ ਸੋਚਦਾ ਵਾਂ, ਉਹ ਕਹਿੰਦੇ ਨੇ ਪੰਜਾਬ ਨੂੰ ਕਾਰਪੋਰੇਟ ਘਰਾਣਿਆਂ ਦੀ ਲੋੜ ਹੈ। ਇਹ ਵੀ ਕਹਿੰਦੇ ਨੇ ਗੱਲਬਾਤ ਲਈ 24 ਘੰਟੇ ਸਰਕਾਰ ਤਿਆਰ, ਪਰ ਹਾਂ ਜਾਂ ਨਾ ਦੀ ਰਣਨੀਤੀ ਤੋਂ ਕਿਸਾਨਾਂ ਨੂੰ ਵੀ ਅੱਗੇ ਵਧਣਾ ਚਾਹੀਦਾ ਹੈ। ਸੁਰਜੀਤ ਕੁਮਾਰ ਜਿਆਣੀ ਨੇ ਹੋਰ ਕੀ ਕੁਝ ਕਿਹਾ, ਗੱਲਬਾਤ ਕੀਤੀ ਸਾਡੇ ਸਹਿਯੋਗੀ ਪੰਕਜ ਕਪਾਹੀ ਨੇ। ਸੁਪਰੀਮ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ। ਬੀਜੇਪੀ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖ ਰਹੀ ਹੈ? ਬੀਜੇਪੀ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜੈਨੀ ਨੇ। ਜੈਨੀ ਸਾਹਿਬ, ਸੁਪਰੀਮ ਕੋਰਟ 'ਚ ਮੈਟਰ ਪਹੁੰਚ ਚੁੱਕਿਆ, ਹੁਣ ਮੁਲਾਕਾਤ ਹੋਏਗੀ ਜਾਂ ਸੁਪਰੀਮ ਕੋਰਟ ਦੇ ਜ਼ਰੀਏ ਹੀ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ? ਸਰਕਾਰ ਮੁਲਾਕਾਤ ਵਾਸਤੇ ਵੀ ਤਿਆਰ ਹੈ। ਜਦੋਂ ਮਰਜ਼ੀ ਜਦੋਂ ਕਿਸਾਨ ਸਰਕਾਰ ਦੇ ਨਾਲ ਮੁਲਾਕਾਤ ਕਰਨ, ਔਰ ਸਰਕਾਰ ਦੇ ਬੂਹੇ ਕਿਸਾਨਾਂ ਵਾਸਤੇ ਖੁੱਲੇ ਹੈ। ਬਾਕੀ ਜਦੋਂ ਹੁਣ ਸੁਪਰੀਮ ਕੋਰਟ ਦੀ ਗੱਲ ਚਲੀ ਗਈ ਤਾਂ ਹੁਣ ਸੁਪਰੀਮ ਕੋਰਟ ਨੂੰ ਆਪਾਂ ਇੰਤਜ਼ਾਰ ਕਰਨਾ ਚਾਹੀਦਾ ਹੈ। ਕਿਸੇ ਗੱਲਬਾਤ ਹੋਰ ਨਾ ਕਰਨ ਦੇ ਵਿੱਚ ਵੀ ਸੁਪਰੀਮ ਕੋਰਟ ਦਾ ਫੈਸਲਾ ਜੋ ਆਏਗਾ ਉਹ ਸਾਰਿਆਂ ਨੂੰ ਮੰਨੇ। ਸੁਪਰੀਮ ਕੋਰਟ ਦਾ ਫੈਸਲਾ ਆਪਾਂ ਸਾਰੇ ਮੰਨਦੇ ਹਾਂ, ਕਿਸਾਨ ਵੀ ਮੰਨਣਗੇ ਔਰ ਸਰਕਾਰ ਵੀ ਮੰਨੇਗੀ। ਹੁਣ ਰਾਹ ਨਿਕਲਦਾ ਹੋਇਆ ਕਿ ਨਜ਼ਰ ਆ ਰਿਹਾ ਕਿ ਕਾਨੂੰਨ ਸਸਪੈਂਡ ਹੋ ਸਕਦੇ ਨੇ। ਕਾਨੂੰਨ ਸਸਪੈਂਡ ਕਰਨ ਨੂੰ ਲੈ ਕੇ ਸਰਕਾਰ ਰਾਜ਼ੀ ਹੋਏਗੀ? ਦੇਖੋ ਤਾਂ ਸੁਪਰੀਮ ਕੋਰਟ ਦੀ ਗੱਲ ਹੈ ਨਾ ਜੀ। ਸੁਪਰੀਮ ਕੋਰਟ ਨੇ ਕੀ ਫੈਸਲਾ ਦੇਣਾ, ਉਹਦੇ ਵਿੱਚ ਤਾਂ ਆਪਾਂ ਕੋਈ ਦਖਲਅੰਦਾਜ਼ੀ ਦੇ ਨਹੀਂ ਸਕਦੇ, ਆਪਣਾ ਕੋਈ ਵਿਚਾਰ ਦੇ ਨਹੀਂ ਸਕਦੇ। ਜਦੋਂ ਗੱਲ ਸੁਪਰੀਮ ਕੋਰਟ 'ਤੇ ਗਈ ਹੈ, ਸੁਪਰੀਮ ਕੋਰਟ ਨੇ ਵਕੀਲਾਂ ਦੀ ਰਾਏ ਜਿਹੜੀ ਹੈ ਉਹ ਲੈਣੀ ਹੈ। ਕਿਸਾਨਾਂ ਦੇ ਵਕੀਲ ਪੇਸ਼ ਹੋਣਗੇ, ਸਰਕਾਰ ਦੇ ਵੀ ਹੋਣਗੇ, ਉੱਥੇ ਡਿਬੇਟ ਵੀ ਹੋਊਗੀ, ਔਰ ਉਹਦੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦੇਣਾ ਹੈ। ਔਰ ਜੋ ਵੀ ਫੈਸਲਾ ਦੇਗੀ ਸੁਪਰੀਮ ਕੋਰਟ, ਉਹਨੂੰ ਆਪਾਂ ਸਾਰਾ ਮੰਨਾਂਗੇ, ਸਾਰੇ ਮੰਨਾਂਗੇ। ਕੋਈ ਇਹਦੇ ਵਿੱਚ ਸਰਕਾਰ ਦਾ ਕੀ ਰੁਖ ਰਹਿ ਰਿਹਾ? ਸਰਕਾਰ ਅਜੇ ਵੀ ਕਹਿ ਰਹੀ ਕਿ ਕਾਨੂੰਨ ਰੱਦ ਨਹੀਂ ਕੀਤੇ ਜਾਣਗੇ, ਕਿਉਂਕਿ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਵੀ ਚਿੱਠੀ ਕਿਸਾਨਾਂ ਨੂੰ ਲਿਖੀ ਹੈ। ਉਸ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਜੋ ਖਾਮੀਆਂ ਸੀਗੀਆਂ ਉਹ ਦੂਰ ਕੀਤੀਆਂ ਗਈਆਂ। ਦੇਖੋ, ਸਰਕਾਰ ਦਾ ਕਹਿਣਾ ਹੈ ਵੀ ਜੋ ਸਮੱਸਿਆ ਸੀ ਤੁਹਾਡੇ ਵਿੱਚ, ਇਹਦੇ ਵਿੱਚ ਲੱਗ ਰਹੀ ਸੀ, ਤੁਹਾਨੂੰ ਜੋ ਸ਼ੰਕਾ ਸੀ ਉਹ ਸਾਰੀ ਦੂਰ ਕਰਤੀ। ਔਰ ਤੋਮਰ ਸਾਹਿਬ ਨੇ ਚਿੱਠੀ ਵੀ ਉਹ ਲਿਖਤੀ ਹੈ ਕਿ ਇਹਦੇ ਵਿੱਚ ਤੁਸੀਂ ਇਹ ਚੀਜ਼ਾਂ ਚਾਹੁੰਦੇ, ਸਰਕਾਰ ਕਰਨ ਨੂੰ ਤਿਆਰ ਹੈ। ਜਦੋਂ ਸਾਡੀ ਸਮੱਸਿਆ ਸੀ ਸਾਰੀ ਉਹਦੀ ਹੱਲ ਹੋ ਰਹੀ ਹੈ, ਤਾਂ ਫਿਰ ਕਾਨੂੰਨ ਰੱਦ ਕਰਨ ਦੀ ਜਿਹੜੀ ਗੱਲ ਹੈ ਨਾ ਜੀ, ਆ ਇੱਕ ਮਤਲਬ ਜਿੱਦ ਲੱਗਦੀ ਹੈ। ਇਹਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਲੱਗਦਾ ਕੋਈ ਸਮਝਦਾਰੀ ਹੋਵੇ। ਇਹ ਕਾਨੂੰਨ ਰੱਦ ਕਾਹਦੇ ਵਾਸਤੇ ਕਰਾਉਣਾ ਚਾਹੁੰਦੇ ਨੇ? ਸਰਕਾਰ ਨੇ ਆਪਦੀ ਮਜਬੂਰੀ ਦੱਸੀ ਹੈ। ਉਹ ਸਰਕਾਰ ਨੇ ਕੋਈ ਅੜੀ ਨਾਲ ਨਹੀਂ ਕਿਹਾ। ਸਰਕਾਰ ਨੇ ਇਹ ਨਹੀਂ ਕਿਹਾ ਵੀ ਸਾਡੀ ਕੋਈ ਟਸਲ ਕਰਕੇ ਅਸੀਂ ਕੋਈ ਆਪਣਾ ਉੱਚਾਪਣ ਦਿਖਾਉਣਾ ਚਾਹੁੰਦੇ। ਦੇਖੋ, ਸਰਕਾਰਾਂ ਲੋਕ ਪਬਲਿਕ ਨਾਲ ਵੋਟਾਂ ਨਾਲ ਬਣਦੀ ਹੈ। ਪ੍ਰਜਾਤੰਤਰ ਦੇਸ਼ ਵਿੱਚ ਸਰਕਾਰ ਕੋਈ ਉੱਪਰੋਂ ਨਹੀਂ ਆਉਂਦੀ। ਸਰਕਾਰ ਕਦੇ ਵੀ ਆਪ ਦੀ ਜਨਤਾ ਨਾਲ, ਆਪ ਦੀ ਪਬਲਿਕ ਨਾਲ ਕਦੇ ਅੜੀ ਨਹੀਂ ਕਰਦੀ। ਕਾਨੂੰਨ ਰੱਦ ਨਹੀਂ, ਕਾਨੂੰਨ ਸਸਪੈਂਡ ਹੋ ਸਕਦੇ ਕਿ ਅਗਰ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਕਾਨੂੰਨ ਰੱਦ ਨਹੀਂ, ਸਸਪੈਂਡ ਕੀਤੇ ਜਾਣ। ਉਹ ਸੁਪਰੀਮ ਕੋਰਟ ਦਾ ਫੈਸਲਾ ਹੈ। ਸੁਪਰੀਮ ਕੋਰਟ ਜੋ ਫੈਸਲਾ ਦੇਗੀ ਆਪਾਂ ਨੂੰ ਮੰਨਾਂਗੇ ਸਾਰੇ। ਕਿਉਂਕਿ ਲਗਾਤਾਰ ਠੰਡ ਵੱਧ ਰਹੀ ਹੈ ਔਰ ਕਿਸਾਨ ਜਿਹੜੇ ਨੇ ਠੰਡ ਦੇ ਵਿੱਚ ਖੁੱਲੇ ਆਸਮਾਨ ਹੇਠਾਂ ਸੋ ਰਹੇ ਆ, ਔਰ ਲਗਾਤਾਰ ਮੌਤਾਂ ਦਾ ਆંકੜਾ ਵੀ ਜਿਹੜਾ ਵੱਧਦਾ ਜਾ ਰਿਹਾ। ਲਗਭਗ 22 ਦੇ ਕਰੀਬ ਜਿਹੜੇ ਆ ਕਿਸਾਨਾਂ ਦੀ ਮੌਤ ਇਸ ਅੰਦੋਲਨ ਦੀ ਵਜ੍ਹਾ ਕਰਕੇ ਹੋ ਚੁੱਕੀ ਹੈ। ਉਸ ਚੀਜ਼ ਦਾ ਬੜਾ ਦੁੱਖ ਹੈ, ਸਾਰਿਆਂ ਨੂੰ ਦੁੱਖ ਹੈ। ਜਿਨ੍ਹਾਂ ਦੀ ਮੌਤ ਹੋ ਰਹੀ ਹੈ ਕੋਈ ਹੋਰ ਥੋੜੀ ਹੈ, ਸਾਡੇ ਹੀ ਤਾਂ ਹੈ। ਹੁਣ ਮੈਂ ਅਗਰ ਕੋਈ ਮੰਨ ਕੇ ਚੱਲੋ ਕੋਈ ਜੇ ਪ੍ਰਧਾਨ ਮੰਤਰੀ ਬਣ ਗਿਆ ਜਾਂ ਕੋਈ ਹੋਰ ਮੰਤਰੀ ਬਣ ਗਿਆ, ਅੱਜ ਕੋਈ ਮੈਂ ਇੱਥੇ ਹਾਂ, ਸਾਡੇ ਹੀ ਹੈ, ਅਸੀਂ ਉਹਨਾਂ 'ਚ। ਰਵਨੀਤ ਸਿੰਘ ਬਿੱਟੂ ਦਾ ਕਹਿ ਰਹੇ ਕਿ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਕੇਂਦਰ ਦੇ ਮੰਤਰੀਆਂ ਦੇ ਪਰਚੇ ਹੋਣੇ ਚਾਹੀਦੇ ਆ। ਰਵਨੀਤ ਸਿੰਘ ਬਿੱਟੂ ਹੋਰੀ ਕਹਿ ਰਹੇ ਉਹ ਆਪਦੀ ਰਾਜਨੀਤਿਕ ਸੀਟਾਂ ਸੇਕਦੇ ਨੇ। ਉਹਨਾਂ ਦੀ ਊਲ ਫੂਲ ਬਿਆਨ ਮੈਨੂੰ ਸਮਝ ਨਹੀਂ ਆਉਂਦੀ। ਇਹ ਰਾਜਨੀਤਿਕ ਲੋਕ ਇਸ ਤਰ੍ਹਾਂ ਕਿਉਂ ਗੱਲਾਂ ਕਰਦੇ ਨੇ? ਇਹ ਕਾਂਗਰਸ ਨੇ ਵੀ ਇਹ ਚੀਜ਼ਾਂ ਲੈ ਕੇ ਆਂਦੀ ਸੀਗੀ, ਉਹਦੇ ਵਿੱਚ ਮਨਮੋਹਨ ਸਿੰਘ, ਕੋਈ ਮੇਰੇ ਕਹਿਣ ਦੀ ਨਹੀਂ ਹੈ, ਔਨ ਰਿਕਾਰਡ ਗੱਲਾਂ ਨੇ। ਅੱਜ ਤੁਸੀਂ ਉਹਨਾਂ ਦੀ ਸਪੀਚ ਕੱਢ ਸਕਦੇ ਹੋ। ਉਹਨਾਂ ਨੇ ਆਪਦੇ ਮੈਨੀਫੈਸਟੋ ਦੇ ਵਿੱਚ ਕਾਂਗਰਸ ਨੇ ਲਿਖਿਆ ਸੀਗਾ ਇਹ ਸਾਰੀਆਂ ਚੀਜ਼ਾਂ ਜਿਹੜੀ ਮੋਦੀ ਸਾਹਿਬ ਲੈ ਕੇ ਆਏ ਨੇ। ਇਸ ਤਰ੍ਹਾਂ ਸੁਖਬੀਰ ਜੀ ਜਿਹੜੀ ਗੱਲ ਕਰ ਰਹੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਗੱਲ ਕਿਸ ਤਰ੍ਹਾਂ ਕਰ ਰਹੇ। ਉਹ ਕੇਜਰੀਵਾਲ ਸਾਹਿਬ ਜਿਹੜੀ ਗੱਲ ਕਰ ਰਹੇ ਨੇ, ਉਹਨਾਂ ਨੇ ਪਹਿਲਾਂ ਤਾਂ ਕਹਿ ਰਹੇ ਸੀ ਕਿ ਇਹ ਕਾਨੂੰਨ ਵਿਧਾਨ ਪੰਜਾਬ ਕਿਵੇਂ ਭੰਗ ਕਰਤੇ ਹੋ ਨਹੀਂ ਸਕਦੇ। ਕੱਲ ਆਪ ਤੂੰ ਭੰਗ ਕਰੀ ਜਾਂਦਾ। ਤੇ ਕੇਜਰੀਵਾਲ ਨੇ ਸਪੈਸ਼ਲ ਸੈਸ਼ਨ ਬੁਲਾਇਆ। ਸਪੈਸ਼ਲ ਸੈਸ਼ਨ ਦੇ ਵਿੱਚ ਕਾਨੂੰਨ ਦੇ ਜਿਹੜੇ ਉਹ ਪਰਚੇ ਫਾੜ ਦਿੱਤੇ ਗਏ ਔਰ ਕਾਨੂੰਨ ਰੱਦ ਕਰ ਦਿੱਤਾ। ਸਭ ਤੋਂ ਵੱਡਾ ਨਾਟਕਕਾਰ ਕੋਈ ਹੈ ਨਾ, ਇਹ ਕੇਜਰੀਵਾਲ ਹੈ। ਮਤਲਬ ਤੁਸੀਂ ਆਪਦੀ ਗੱਲ ਦੇ ਉੱਤੇ ਸਟੈਂਡ ਕਰੋ। ਸਟੈਂਡ ਜਿਹੜਾ ਤੁਹਾਡਾ ਉਹ ਰੱਖੋ, ਸਹੀ ਗੱਲ ਨੂੰ ਸਹੀ ਕਹੋ। ਤੁਸੀਂ ਕਿਸੇ ਤੇ ਖੋਫ ਥੱਲੇ, ਡਰ ਥੱਲੇ ਨਹੀਂ ਹੈ। ਜੋ ਜਾਇਜ਼ ਗੱਲ ਉਹ ਕਰਨੀ ਚਾਹੀਦੀ ਹੈ। ਲੇਕਿਨ ਉਹਨਾਂ ਨੇ ਤਾਂ ਕਹਿਤਾ ਕਿ ਮੈਂ ਕਿਸਾਨਾਂ ਨਾਲ ਖੜਾ, ਮੈਂ ਕਿਸਾਨਾਂ ਦਾ ਹਿਮਾਇਤੀ ਹਾਂ, ਇਸੇ ਕਰਕੇ ਮੈਂ ਸੈਸ਼ਨ ਸੱਦਿਆ, ਇਸੇ ਕਰਕੇ ਕਾਨੂੰਨ ਫਾੜੇ ਆ, ਇਸੇ ਕਰਕੇ ਕਾਨੂੰਨ ਰੱਦ ਕੀਤੇ ਆ। ਕਿਸਾਨਾਂ ਨਾਲ ਕੌਣ ਨਹੀਂ ਖੜਾ?
ਕਿਸਾਨਾਂ ਨਾਲ ਸਾਰੇ ਖੜੇ ਆ। ਕਿ ਸਾਡੀ ਭਾਰਤੀ ਜਨਤਾ ਪਾਰਟੀ ਅਸੀਂ ਕਿਸਾਨਾਂ ਨਾਲ ਨਹੀਂ ਖੜੇ, ਅਸੀਂ ਕਿਸਾਨ ਨਹੀਂ ਹੈਗੇ। ਕੀ ਇਦਾਂ ਦਿੱਲੀ ਵਿਧਾਨ ਸਭਾ 'ਚ ਜੋ ਕਾਨੂੰਨ ਫਾੜ ਕੇ ਰੱਦ ਕੀਤੇ ਗਏ, ਕੀ ਦਿੱਲੀ ਦੇ ਵਿੱਚ ਕਾਨੂੰਨ ਰੱਦ ਹੋ ਜਾਣਗੇ ਜਾਂ ਫਿਰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਕਿਉਂਕਿ ਇਸ ਤੋਂ ਪਹਿਲਾਂ ਗਜਟ ਵੀ ਜਿਹੜਾ ਉਹ ਜਾਰੀ ਕੀਤਾ ਗਿਆ ਸੀ। ਨਾਟਕ ਆਪਾਂ ਤਾਂ ਵੋਟਾਂ ਦੀ ਰਾਜਨੀਤੀ ਕਰਦੇ ਸਾਰੇ। ਮੈਂ ਵਾਸਤਾ ਰੱਖਦਾ, ਮੈਂ ਕਹਿੰਦਾ ਵੋਟਾਂ ਦੀ ਰਾਜਨੀਤੀ ਨਾ ਕਰੋ। ਔਰ ਜਿਸ ਤਰ੍ਹਾਂ ਦੇ ਕੋਈ ਵੀ ਸਾਡਾ ਲੀਡਰ ਹੋਵੇ, ਕਿਸੇ ਦੇ ਇਸ ਤਰ੍ਹਾਂ ਦੇ ਬਿਆਨ ਅੱਜ ਨਹੀਂ ਦੇਣੇ ਚਾਹੀਦੇ ਜਿਸ ਤਰ੍ਹਾਂ ਦੇ ਲੋਕੀ ਕਹਿੰਦੇ ਵੀ ਕੋਈ ਮਤਲਬ ਹੈ ਕਾਮਰੇਡ ਦਾ ਕਿਹਾ, ਕੋਈ ਉਗਰਵਾਦ ਦਾ ਕਿਹਾ, ਖਾਲਿਸਤਾਨ ਦਾ। ਇਹ ਗੱਲਾਂ ਨਹੀਂ ਕਰਨੀ ਚਾਹੀਦੀ। ਅੱਜ ਗੱਲ ਸਿਰਫ ਕਿਸਾਨ ਦੀ ਹੈ, ਉਹ ਮੈਟਰ ਅਲੱਗ ਹੈ। ਜਦੋਂ ਉਸ ਮੈਟਰ ਤੇ ਕਿਸੇ ਦੀ ਗੱਲ ਆਣੀ ਹੈ ਉਦੋਂ ਕਰੋ। ਅੱਜ ਕੱਲ ਸਾਨੂੰ ਕਿਸਾਨ ਦੀ ਕਰਨੀ ਚਾਹੀਦੀ ਹੈ, ਕਿਸਾਨਾਂ ਦਾ ਤੁਸੀਂ ਕਹਿ ਰਹੇ ਹੋ ਕਿ ਕਾਨੂੰਨ ਸੁਪਰੀਮ ਕੋਰਟ ਦੇ ਇਲਾਵਾ ਕਿਸਾਨਾਂ ਦੇ ਨਾਲ ਵਕਤ ਤੋਂ ਵੀ ਮੀਟਿੰਗ ਜਿਹੜੀ ਹੋ ਸਕਦੀ ਹੈ। ਸੱਦਾ ਪੱਤਰ ਦੇਣ ਲਈ ਸਰਕਾਰ ਤਿਆਰ ਹੈ। ਕਿਵੇਂ ਸੱਦਾ ਪੱਤਰ ਦਿੱਤਾ ਜਾਏਗਾ? ਕਿਉਂਕਿ 8 ਤਰੀਕ ਨੂੰ ਆਖਰੀ ਵਾਰ ਗੱਲਬਾਤ ਬੰਦ ਹੋਈ ਸੀ, 8 ਤਰੀਕ ਤੋਂ ਬਾਅਦ ਗੱਲਬਾਤ ਹੋਈ ਨਹੀਂ, ਤਾਂ ਕਦੋਂ ਕਿਵੇਂ ਸੱਦਾ ਪੱਤਰ ਭੇਜਿਆ ਜਾਏਗਾ? ਨਹੀਂ, ਗੱਲਬਾਤ ਰੁਕਣ ਦਾ ਇੱਕ ਕਾਰਨ ਹੋ ਗਿਆ, ਯੈਸ ਔਰ ਨੋ, ਵੀ ਆਹ ਚੀਜ਼ ਕਰਨੀ ਹੈ ਤਾਂ ਦੱਸੋ, ਆ ਨਹੀਂ ਕਰਨੀ। ਫਿਰ ਮੀਟਿੰਗ ਦਾ ਉਹ ਤੌਰ ਤਰੀਕਾ ਰਹਿ ਨਹੀਂ ਜਾਂਦਾ। ਯੈਸ ਨੋ ਤਾਂ ਬੈਠੇ ਬਿਠਾਏ ਹੋ ਸਕਦੀ ਹੈ ਵੀ ਆ ਤੂੰ ਚੀਜ਼ ਦੀ ਹਾਂ ਕਰਿਆ ਨਾ ਕਰ, ਤੇ ਫਿਰ ਮੀਟਿੰਗ ਕਰੇਗੀ। ਮੀਟਿੰਗ ਫੇਲ ਹੋਣ ਦਾ ਕਾਰਨ, ਮੀਟਿੰਗ ਨਾ ਹੋਣ ਦਾ ਕਾਰਨ ਇਹ ਹੀ ਰਿਹਾ। ਔਰ ਇਸ ਕਰਕੇ ਜਿਹੜਾ ਪ੍ਰਪੋਜ਼ਲ ਭੇਜੀ ਸੀ, ਉਹ ਪ੍ਰਪੋਜ਼ਲ ਕਿਸਾਨਾਂ ਕੋਲ ਗਈ ਔਰ ਕਿਸਾਨਾਂ ਨੇ ਉਹ ਪ੍ਰਪੋਜ਼ਲ ਨੂੰ ਰਿਫਿਊਜ਼ ਕੀਤਾ। ਔਰ ਵੈਸੇ ਮੀਡੀਆ ਰਾਹੀਂ ਕਰਤਾ ਸੀ ਔਰ ਚਿੱਠੀ ਨਹੀਂ ਭੇਜੀ ਸੀਗੀ। ਚਲੋ ਉਹਨਾਂ ਨੇ ਲੈਟਰ ਭੇਜਿਆ, ਉਹ ਲੈਟਰ ਦੇ ਬਦਲੇ 8 ਪੰਨਿਆਂ ਦਾ ਜਿਹੜਾ ਹੈ ਤੋਮਰ ਸਾਹਿਬ ਜਿਹੜੇ ਆ ਵਿਸਤਾਰ ਨਾਲ ਇੱਕ ਚੀਜ਼ ਨੂੰ ਲਿਖ ਕੇ ਭੇਜਤਾ, ਤੇ ਉਹਨਾਂ ਕੋਲ ਕਿਸਾਨਾਂ ਕੋਲ ਚਲਾ ਗਿਆ। ਤਾਂ ਹੁਣ ਗੱਲ ਕੀ ਹੈ ਕਿ ਮੈਂ ਖੁਦ ਕਿਸਾਨ ਹਾਂ, ਨਿਰੋਲ ਕਿਸਾਨ। ਅਗਰ ਕੋਈ ਕਹੇ ਨਾ ਤਾਂ ਅਗਰ ਮੈਂ ਤੁਹਾਡੇ ਮਾਈਕ ਰਾਹੀਂ ਗੱਲ ਕਰਾਂ ਨਾ ਤਾਂ ਕੋਈ ਕਿਸੇ ਤਰ੍ਹਾਂ ਦੀ ਝੂਠ ਨਹੀਂ। ਅਗਰ ਕਿਸੇ ਨੂੰ ਲੱਗੇ ਝੂਠ, ਉਹ ਮੈਨੂੰ ਆ ਕੇ ਮਿਲ ਸਕਦਾ। ਮੈਂ ਨਿਰੋਲ ਕਿਸਾਨ ਹਾਂ, ਮੇਰੇ ਕਿਸਾਨੀ ਦੇ ਸਿਵਾ ਕੋਈ ਕਾਰੋਬਾਰ ਨਹੀਂ ਹੈ। ਮੈਂ ਤੁਹਾਨੂੰ ਇੱਥੇ ਤੱਕ ਕਿ ਮੇਰਾ ਫਾਜ਼ਿਲਕਾ 'ਚ ਮੈਂ ਮਕਾਨ ਹੀ ਨਹੀਂ ਬਣਾਇਆ, ਸਿਰਫ ਮੇਰੇ ਕੋਲ ਜੱਦੀ ਜਦਾਦ ਜ਼ਮੀਨ ਜਦਾਦ ਜੱਦੀ ਜਦਾਦ ਹੀ ਮਕਾਨ ਹੈ ਜੋ ਬਜ਼ੁਰਗਾਂ ਦਾ ਪੁਰਖਾਂ ਦਾ ਚੱਲਿਆ ਜਾਵੇ। ਮੈਂ ਆਪ ਦੇ ਹੱਥਾਂ ਨਾਲ ਉੱਠ ਦਾ ਹਲ ਵੀ ਵਾਇਆ, ਬਲਦਾਂ ਦਾ ਵਾਇਆ, ਟਰੈਕਟਰ ਚਲਾਇਆ, ਖੇਤੀ ਕੀਤੀ ਹੈ, ਸਾਰਾ ਕੀਤੀ ਹੈ। ਮੈਨੂੰ ਪਤਾ ਹੈ ਕਿਸਾਨੀ ਕੀ ਹੈ। ਅਸੀਂ ਇਹ ਸੋਚਦੇ ਹਾਂ ਵੀ ਇਹ ਚੀਜ਼ ਮਤਲਬ ਜਦੋਂ ਤੱਕ ਕੋਈ ਚੇਂਜਿੰਗ ਨਹੀਂ ਆਏਗੀ, ਕੋਈ ਚੀਜ਼ ਕਿਸੇ ਤਰ੍ਹਾਂ ਅਸੀਂ ਚੇਂਜਿੰਗ ਨਹੀਂ ਲਿਆਵਾਂ ਤਾਂ ਅਸੀਂ ਅੱਗੇ ਨਹੀਂ ਵਧ ਪਾਵਾਂ। ਅਸੀਂ ਅਗਰ ਪੁਰਾਣੇ ਤਰੀਕੇ ਨਾਲ ਹੀ ਖੇਤੀ ਕਰਦੇ ਰਹਾਂਗੇ, ਜਿਹੜਾ ਮੇਰਾ ਦਾਦਾ ਖੇਤੀ ਕਰਦਾ ਸੀ ਉਹਦਾ ਸਿਸਟਮ ਹੋਰ ਸੀ, ਮੇਰਾ ਪਿਓ ਕਰਨ ਲੱਗਿਆ ਉਹਦਾ ਸਿਸਟਮ ਹੋਰ ਸੀ, ਫਿਰ ਮੈਂ ਕਰਨ ਲੱਗਿਆ ਤਾਂ ਹੋਰ ਸਿਸਟਮ ਸੀ, ਅੱਜ ਮੇਰਾ ਮੁੰਡਾ ਖੇਤੀ ਕਰਦਾ ਉਹ ਸਿਸਟਮ ਹੋਰ ਹੈ। ਸਾਰਾ ਸਿਸਟਮ ਦੇ ਵਿੱਚ ਚੇਂਜਿੰਗ ਜਿਹੜੀ ਆ ਰਹੀ, ਔਰ ਜਦੋਂ ਤੱਕ ਅਸੀਂ ਚੇਂਜਿੰਗ ਨਹੀਂ ਲਿਆਵਾਂਗੇ ਤਾਂ ਅਸੀਂ ਤਰੱਕੀ ਨਹੀਂ ਕਰ ਪਾਵਾਂਗੇ। ਹੁਣ ਜੇਕਰ ਅਸੀਂ ਵਿਰੋਧ ਦੀ ਗੱਲ ਕਰੀਏ, ਇਹ ਹਿੰਦੁਸਤਾਨ ਦੇ ਵਿੱਚ ਅਸੀਂ ਦੇਖਦੇ ਰਹੇ ਹਾਂ, ਹਰੇਕ ਚੀਜ਼ ਦਾ ਜਦੋਂ ਵੀ ਕੋਈ ਨਈ ਚੀਜ਼ ਆਉਂਦੀ ਹੈ ਉਹਦਾ ਵਿਰੋਧ ਹੁੰਦਾ ਹੈ। ਤਾਂ ਫਿਰ ਹੁਣ ਸਰਕਾਰ ਦਾ ਰੁਖ ਰਹੇਗਾ ਕਿ ਸਰਕਾਰ ਦਾ ਅਗਲਾ ਸਟੈਂਡ ਹੈ ਕਿ ਸਰਕਾਰ ਸੋਚ ਕੀ ਰਹੀ ਹੈ? ਨਹੀਂ, ਸਰਕਾਰ ਤਾਂ ਕਿਸਾਨਾਂ ਦੇ ਨਾਲ ਹੈ। ਸਰਕਾਰ ਕਹਿੰਦੀ ਜੋ ਮਰਜ਼ੀ ਕਰਾ ਲਓ। ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ, ਜਿੰਨੇ ਕਿਸਾਨ ਸੁਣਦੇ ਆ, ਕਿਸਾਨਾਂ ਦਾ ਹੱਲ ਇੰਨੀ ਗੱਲ ਦੇ ਨਾਲ ਨਹੀਂ ਹੈ। ਆ ਤੁਹਾਨੂੰ ਦੱਸਦਾ, ਅੱਜ ਬੜਾ ਮੌਕਾ ਹੈ। ਕਿਸਾਨਾਂ ਜੋ ਇੰਨਾ ਵੱਡਾ ਸੰਘਰਸ਼ ਕਰਕੇ ਲਿਆ ਤੇ ਕਿਸਾਨਾਂ ਦਾ ਇਕੱਠ ਜਿਹੜਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਹੈ। ਤੇ ਮੇਰੀ ਪ੍ਰਾਰਥਨਾ ਹੈ ਜਥੇਬੰਦੀਆਂ ਨੂੰ ਕਿ ਆਓ ਟੇਬਲ ਤੇ ਬੈਠ ਕੇ ਆਪਾਂ ਕ੍ਰਿਸ਼ੀ ਨੀਤੀ ਬਣਾਈਏ। ਕ੍ਰਿਸ਼ੀ ਨੀਤੀ ਬਣਾਈਏ ਕੀ ਹੈ ਕਿ ਅਸੀਂ ਕਿਸਾਨ ਜਿਹੜਾ ਹਨੇਰੇ 'ਚ ਆ, ਮੈਂ ਆਪ ਕਿਸਾਨ ਹਨੇਰੇ 'ਚ ਆ। ਅਸੀਂ ਦੇਖਦੇ ਹਾਂ ਕਿ ਵੀ ਜਿਵੇਂ ਅਸੀਂ ਗਾਜਰ ਲਾ ਲਈ ਤੇ ਅਸੀਂ ਇੱਕ ਚਰਚਾ ਕਰਤੀ ਕਿ ਸਾਡੇ ਵੀ ਲੱਖ ਰੁਪਏ ਕਿੱਲੇ ਦੀ ਗਾਜਰ ਹੋਗੀ, ਫਿਰ ਸਾਰੇ ਗਾਜਰ ਲਾਉਂਦੇ ਆ। ਜਦੋਂ ਸਾਰੇ ਗਾਜਰ ਲਾਉਂਦੇ ਆ ਫਿਰ ਉਹ ਗਾਜਰ ਸੜਕ ਤੇ ਆ ਜਾਂਦੀ ਹੈ। ਐਸੇ ਤਰ੍ਹਾਂ ਬਾਕੀ ਜਿਨਸ ਦੀ ਐਸੀ ਜ਼ਿਆਦਾ ਜਦੋਂ ਜ਼ਿਆਦਾ ਚੀਜ਼ ਜ਼ਿਆਦਾ ਜਿਨਸ ਪੈਦਾ ਹੋ ਜਾਂਦੀ ਹੈ, ਗਾਹਕ ਦੀ ਕਮੀ ਹੁੰਦੀ ਹੈ, ਫਿਰ ਉਹ ਗਾਹਕ ਨਹੀਂ ਹੁੰਦਾ ਤੇ ਫਿਰ ਉਹ ਚੀਜ਼ ਗਿਰ ਜਾਂਦੀ ਹੈ। ਪਰ ਹੁਣ ਸਰਕਾਰ ਦਾ ਸਟੈਂਡ ਰਹੇਗਾ ਕਿ ਸਰਕਾਰ ਨੇ ਕਹਿਤਾ ਕਾਨੂੰਨ ਰੱਦ ਨਹੀਂ ਹੋਣਗੇ, ਸਰਕਾਰ ਫਿਰ ਅੰਦੋਲਨ ਖਤਮ ਹੋਏਗਾ ਕਿਵੇਂ, ਮਸਲੇ ਦਾ ਹੱਲ ਨਿਕਲੇਗਾ ਕਿਵੇਂ? ਮੇਰਾ ਤਾਂ ਦੇਖੋ ਮੰਨਣਾ ਹੈ ਕਿ ਅੱਜ ਜਿੰਨੇ ਜਥੇਬੰਦੀਆਂ ਹੈ ਉਹ ਅੱਜ ਕਿਸਾਨਾਂ ਦੇ ਪ੍ਰਤੀ ਪੂਰਾ ਖਿਆਲ ਕਰਕੇ, ਚਲੋ ਠੀਕ, ਇਹ ਗੱਲ ਨੂੰ ਛੱਡ ਕੇ ਆਓ ਨਈ ਕਮੇਟੀ ਕੋਈ ਬਣਾ ਕੇ ਕਿਸਾਨਾਂ ਦੇ ਹਿੱਤ ਵਿੱਚ ਗੱਲ ਕਰੀਏ। ਅੱਜ ਅਸੀਂ ਬਰਬਾਦੀ ਦੀ ओर ਜਾ ਰਹੇ ਹਾਂ। ਅਸੀਂ ਇਹ ਝੋਨਾ ਔਰ ਕਣਕ ਕਦੋਂ ਤੱਕ, ਅਸੀਂ ਜ਼ਮੀਨ ਦਾ ਪਾਣੀ ਸਾਡਾ ਥੱਲੇ ਚਲਾ ਗਿਆ ਔਰ ਅੱਜ ਸਾਡੇ ਕੋਲ 5 ਸਾਲ ਦਾ ਸਟਾਕ ਕਣਕ ਦਾ। ਅਸੀਂ ਇਸ ਤਰ੍ਹਾਂ ਕਿੰਨੇ ਕੁ ਦਿਨ ਅਸੀਂ ਇਹ ਕਣਕ ਵੇਚਦੇ ਰਹਾਂਗੇ? ਇਸ ਤਰ੍ਹਾਂ 5 ਸਾਲ ਦਾ ਸਟਾਕ ਹੈ। ਕੇਂਦਰ ਸਰਕਾਰ ਕੋ 5 ਸਾਲ ਦਾ ਸਟਾਕ ਪਿਆ ਜੀ, ਪੰਜਾਬ ਦੇ ਵਿੱਚ ਪਿਆ 5 ਸਾਲ ਦਾ ਕਣਕਾਂ ਦਾ ਸਟਾਕ ਪਿਆ। ਉਹ ਕਣਕ ਜਿਹੜੀ ਹੈ ਸੜ ਰਹੀ ਹੈ, ਗਲ ਰਹੀ ਹੈ। ਉਹ 36,000 ਕਰੋੜ ਦਾ ਘਾਟਾ ਲੱਗਦਾ ਹੈ। ਚਲੋ ਅਸੀਂ ਇਸ ਤਰ੍ਹਾਂ ਕਰਕੇ ਧੱਕਾ ਲਾ ਕੇ ਜਾਂ ਵੋਟਾਂ ਦਾ ਲਾਲਚ ਨਾਲ ਕਿੰਨੇ ਕੁ ਦਿਨ ਉਹਨੂੰ ਇਸ ਤਰ੍ਹਾਂ ਕਰਦੇ ਰਹਾਂਗੇ? ਯਾਰ ਨਵੀਂ ਕਮੇਟੀ ਬਣੇ, ਨਵੀਂ ਕਮੇਟੀ ਦਾ ਕੰਮ ਕੀ ਹੋਏਗਾ? ਨਵੀਂ ਕਮੇਟੀ 'ਚ ਹੋਣਗੇ ਕੀ? ਤੁਸੀਂ ਕੀ ਜਿਹੜੀ ਇਹ ਸਲਾਹ ਦੇ ਰਹੇ ਹੋ ਕਿਸਾਨਾਂ ਨੂੰ? ਜਿਵੇਂ ਸਵਾਮੀਨਾਥਨ ਨੇ ਇੱਕ ਰਿਪੋਰਟ ਬਣੀ ਸੀਗੀ, ਉਹ ਮਤਲਬ ਸਹੀ ਤਰੀਕੇ ਨਾਲ ਲਾਗੂ ਨਹੀਂ ਹੋਈ, ਕਾਫੀ ਟਾਈਮ ਹੋ ਗਿਆ। ਅੱਜ ਬੜਾ ਸੁਨਹਿਰੀ ਮੌਕਾ ਹੈ। ਅੱਜ ਅਸੀਂ ਇੱਕ ਕਮੇਟੀ ਸਵਾਮੀਨਾਥਨ ਵਰਗੀ, ਚਲੋ ਤਾਂ ਬਜ਼ੁਰਗ ਹੋ ਗਏ, ਇਸ ਤਰ੍ਹਾਂ ਦੀ ਕਮੇਟੀ ਹੋਰ ਬਣੇ ਔਰ ਉਹ ਹੋਰ ਬਣ ਕੇ ਔਰ ਸਾਨੂੰ ਦੇਖਿਆ ਜਾਏ ਕਿ ਅਸੀਂ ਸਾਡੇ ਜਿਹੜੇ 130-35 ਕਰੋੜ ਲੋਕਾਂ ਨੂੰ ਕਿੰਨੀ ਕਿਸ ਚੀਜ਼ ਦੀ ਖਪਤ ਹੈ, ਕਿੰਨੇ ਸਾਡੇ ਪਸ਼ੂ ਮਾਲ ਦੀ ਇਹ ਖਪਤ ਜਿਹੜੀ ਹੈ, ਐਕਸੈਸ ਜਿਹੜੀ ਹੈ, ਆਪਾਂ ਬਾਹਰ ਜਿਹੜੀ ਡਿਮਾਂਡ ਕਿਸ ਚੀਜ਼ ਦੀ ਹੈ, ਬਾਹਰਲੀ ਡਿਮਾਂਡ ਕੋਈ ਚੀਜ਼ ਉਹ ਜੀ ਅਸੀਂ ਫਸਲ ਲਾ ਕੇ, ਜਿਵੇਂ ਰਾਜਸਥਾਨ ਦਾ ਅਲੱਗ ਹੈ, ਪੰਜਾਬ ਦਾ ਅਲੱਗ ਹੈ, ਯੂਪੀ ਦਾ ਅਲੱਗ ਹੈ। ਝੋਨੇ ਕਣਕ ਤੋਂ ਬਾਹਰ ਨਿਕਲੇ ਪੰਜਾਬ,
ਹਾਂ ਜਿੰਨੀ ਸਾਨੂੰ ਲੋੜ ਹੈ ਉਨੀ ਤਾਂ ਸਾਨੂੰ ਰੱਖਣੀ ਪਊਗੀ, ਬਾਕੀ ਅਸੀਂ ਤੋਂ ਬਾਹਰ ਲਿਖਣ। ਬਾਕੀ ਕਈ ਦਵਾਈਆਂ 'ਚ ਵਿੱਚ ਪੈਂਦੀ ਹੈ, ਬੜੀ ਚੀਜ਼ਾਂ ਇਹ ਜੀ ਹੈਗੀ। ਲੇਕਿਨ ਸਰਕਾਰ ਤਾਂ 23 ਫਸਲਾਂ ਤੇ ਐਮਐਸਪੀ ਦਿੰਦੀ, ਉਹ ਚੁੱਕਦੀ ਨਹੀਂ ਹੈ। ਸਰਕਾਰ ਪੰਜਾਬ 'ਚ ਐਕਸਪੈਰੀਮੈਂਟ ਹੋਏ ਚਾਹੇ ਨਰਮੇ ਨੂੰ ਲੈ ਕੇ ਹੋਵੇ 5500 ਰੇਟ ਹੈ, 4500 4600 ਮਿਲਦਾ, ਇਦਾਂ ਹੀ ਹੋਰ ਹੈ। ਉਹ ਕਹਿੰਦੇ ਕਿ ਅਸੀਂ ਜਦੋਂ ਐਕਸਪੈਰੀਮੈਂਟ ਕਰਦੇ ਹਾਂ ਤਾਂ ਫਸਲ ਚੁੱਕੀ ਨਹੀਂ ਜਾਂਦੀ। ਉਹ ਗੱਲ ਹੈ। ਦੇਖੋ ਹੁਣ ਸੈਂਟਰ ਸਰਕਾਰ ਤੇ ਅਸੀਂ ਸਰਕਾਰਾਂ ਤੇ ਨਿਰਭਰ ਕਰਦੇ ਹਾਂ ਸਾਰੀ ਚੀਜ਼, ਹਰ ਇੱਕ ਚੀਜ਼। ਹਰ ਇੱਕ ਬੰਦਾ ਜੋ ਨੌਜਵਾਨ ਬੱਚਾ ਉਹ ਸੋਚਦਾ ਸਾਨੂੰ ਤਾਂ ਸਰਕਾਰੀ ਨੌਕਰੀ ਮਿਲ ਜੇ, ਅਸੀਂ ਆਪਦੇ ਉਸ ਚੀਜ਼ ਨੂੰ ਨਹੀਂ ਦੇਖਦੇ। ਜਿਸ ਤਰ੍ਹਾਂ ਹੈ ਸੀਸੀਆਈ ਐਫਸੀਆਈ ਜਿਹੜੀ ਚੀਜ਼ਾਂ ਖਰੀਦਦੀ ਹੈ ਸਰਕਾਰ, ਸੈਂਟਰ ਸਰਕਾਰ ਖਰੀਦੇ, ਉਹ ਖਰੀਦ ਲੈਂਦੀ ਹੈ। ਬਾਕੀ ਫਸਲਾਂ ਦੇ ਵਿੱਚ ਐਮਸੀ ਨਿਰਧਾਰਿਤ ਹੈ, ਫਿਕਸ ਰੇਟ ਤਾਂ ਕੀਤਾ ਹੈ, ਪਰ ਵਿਕਦੀ ਨਹੀਂ। ਕਿਉਂ ਨਹੀਂ ਵਿਕਦੀ? ਉਹ ਸਟੇਟ ਜਿਹੜੀ ਹੈ ਆਪਦੀ ਏਜੰਸੀਆਂ, ਜਿਵੇਂ ਪੰਜਾਬ ਗੌਰਮੈਂਟ ਕੋਲ ਆਪਣੀ ਏਜੰਸੀਆਂ ਹੈ, ਦੱਸੋ ਕੀ ਖਰੀਦ ਕੀਤੀ ਹੈ ਕਿਤੇ? ਉਹ ਏਜੰਸੀਆਂ ਨਹੀਂ ਖਰੀਦ ਕੀਤੀ। ਜਿਵੇਂ ਰਾਜਸਥਾਨ ਹਰਿਆਣਾ ਦੀ ਸਰਕਾਰ ਨੇ ਆਪਦੀ ਏਜੰਸੀਆਂ ਤੋਂ 2100 ਰੁਪਇਆ ਬਾਜਰਾ ਜਿਹੜਾ ਖਰੀਦ ਕਰਵਾਇਆ ਹੈ। ਰਾਜਸਥਾਨ ਦੇ ਆਪਦੇ ਉਹਦੇ ਵਿੱਚ ਮੂੰਗ ਮੋਠ ਮਾਝ ਜਿਹੜੀ ਖਰੀਦ ਕਰਾਈ ਹੈ। ਇਹ ਪੰਜਾਬ ਦੀ ਸਮੱਸਿਆ ਹੈ। ਪੰਜਾਬ ਦੀ ਸਰਕਾਰ ਅੱਜ ਉਹ ਕਿਉਂ ਨਹੀਂ ਆਪਦੀ ਏਜੰਸੀ ਪੁੱਛੋ, ਰਿਕਾਰਡ ਕਢਾਓ ਵੀ ਤੁਹਾਡੀ ਏਜੰਸੀਆਂ ਜਿਹੜੀ ਖਰੀਦ ਏਜੰਸੀਆਂ ਹੈ ਪੰਜਾਬ ਦੀ ਸਰਕਾਰ ਦੀ, ਉਹਨੇ ਕੀ ਖਰੀਦਿਆ? ਕੁਝ ਨਹੀਂ ਖਰੀਦਿਆ ਉਹਨੇ। ਉਹ ਖਰੀਦ ਕਰਨ, ਬਾਕੀ ਜਿਹੜਾ ਫੰਡਿੰਗ ਹੈ ਉਹ ਸੈਂਟਰ ਤੋਂ ਲੈਣ, ਸੈਂਟਰ ਪੈਸੇ ਦਿੰਦੀ ਹੈ, ਉਹ ਲੈ ਕੇ ਖਰੀਦ ਕਰਾਉਣ। ਕਿਉਂ ਨਹੀਂ ਕਰਾਉਂਦੇ? ਉਹ ਤਾਂ ਏਜੰਸੀਆਂ ਕੋਲ ਕੁਝ ਖਰੀਦ ਕਰਾਣੀ ਨਹੀਂ। ਅਸੀਂ ਐਫਸੀਆਈ ਜੋ ਖਰੀਦ ਕਰਦੀ ਹੈ ਬਸ ਉਹ ਖਰੀਦੇ, ਔਰ ਉਹ ਖਰੀਦ ਮਤਲਬ 6 ਸਾਲ ਤੋਂ ਖਰੀਦ ਹੋ ਰਹੀ ਹੈ, ਉਹਦੇ ਵਿੱਚ ਕੋਈ ਰੁਕਾਵਟ ਨਹੀਂ। ਕਿੰਨੇ ਕੌਣ ਕਹਿੰਦਾ ਨਹੀਂ ਖਰੀਦੀ ਗਈ? ਤੁਸੀਂ ਹੁਣ ਕਹਿ ਰਹੇ ਕਮੇਟੀ ਬਣੇ ਔਰ ਕਣਕ ਔਰ ਝੋਨੇ ਤੋਂ ਬਾਹਰ ਨਿਕਲਿਆ ਜਾਵੇ, ਬਾਕੀ ਫਸਲਾਂ ਹੋਣ, ਪੰਜਾਬ ਸਰਕਾਰ ਇਨਵੋਲਵ ਹੋਵੇ, ਪੰਜਾਬ ਸਰਕਾਰ ਵੀ ਜਿਹੜਾ ਉਹ ਫਸਲ ਚੁੱਕੇ, ਕੇਂਦਰ ਸਰਕਾਰ ਵੀ ਨਾਲ ਚੱਲੇਗੀ। ਮੈਂ ਇਹ ਗੱਲ ਦੱਸਣਾ ਚਾਹੁੰਦਾ ਤੁਹਾਨੂੰ, ਕਿਸਾਨ ਅਸੀਂ ਖੁਦ ਹੈ ਨਾ 100 ਲੋਕ ਹੈ। ਮੇਰੇ ਕੋਲੇ ਜੇ ਕਿਸਾਨ ਹੈ ਜਿਹਦੇ ਕੋਲ 2.5 ਕਿੱਲੇ ਬਾਰਡਰ ਤੇ ਜ਼ਮੀਨ ਹੈ, ਔਰ ਅੱਜ 25 ਸਾਲ ਤੋਂ ਪੁਦੀਨਾ ਬੀਜਦਾ, ਪੁਦੀਨਾ, ਔਰ ਉਹ ਪੁਦੀਨੇ ਦੀ ਆਮਦਨ ਨਾਲ ਉਹਨੇ 10 ਏਕੜ 20 ਏਕੜ ਜ਼ਮੀਨ ਬਣਾ ਲਈ, ਬਾਰਡਰ ਤੇ ਬੈਠਾ ਹੈ। ਉਹਦਾ ਕੰਮ ਹੈ ਪੁਦੀਨਾ ਲਾਉਂਦਾ, ਔਰ ਪੁਦੀਨਾ ਲਿਆ ਵੇਚਦਾ, ਪੁਦੀਨਾ ਵੇਚਦਾ। ਉਹ ਝੋਨਾ ਕਣਕ ਨਹੀਂ ਲਾਂਦਾ, ਔਰ ਉਹਨੇ 10 ਕਿੱਲੇ ਜ਼ਮੀਨ ਬਣਾ ਲਈ। ਹੁਣ ਅਸੀਂ ਕਿਸਾਨ ਜਿਹੜੇ ਆਪ ਅਸੀਂ 100 ਲੋਕ। ਅੱਜ ਕਿਸਾਨ ਜਿਹੜਾ ਹੈ, ਅੱਜ ਅਸੀਂ ਵਿਰੋਧ ਕਰਦੇ ਹਾਂ ਬਾਹਰਲੀ ਕੰਪਨੀਆਂ ਦਾ। ਬਾਹਰਲੀ ਕੰਪਨੀ ਜਿਹੜੀ ਹੈ, ਬਾਹਰਲੇ ਘਰਾਣੇ ਦੀ ਗੱਲ ਕਰ ਦਿਓ, ਟਾਟਾ ਡਾਲਮੀਆ, ਉਹ ਕਰ ਲਓ ਯਾਰ, ਉਹਨਾਂ ਦੀ ਕੀ ਲੋੜ ਨਹੀਂ ਹੈ ਸਾਨੂੰ। ਅਸੀਂ ਅੱਜ ਚਰਖਾ, ਅੱਜ ਅਸੀਂ ਪਹਿਲੇ ਸਾਡੀ ਮਾਤਾਵਾਂ ਦਾਦੀਆਂ ਸਾਡੀ ਚਰਖਾ ਕੱਤ ਕੇ ਖੇਸ ਬਣਾ ਲੈਂਦੀ ਸੀ, ਅਸੀਂ ਕੱਪੜਾ ਵੀ ਬਣਾ ਲੈਂਦੇ ਸੀ, ਅਸੀਂ ਘਰੇ ਸਬਜ਼ੀ ਵੀ ਲਾ ਲੈਂਦੇ ਸੀ। ਕੋਈ ਚੀਜ਼ ਕਿਸਾਨ ਮੁੱਲ ਨਹੀਂ ਲੈਂਦਾ ਸੀ। ਅੱਜ ਤਾਂ ਅਸੀਂ ਸਾਰੀ ਚੀਜ਼ ਮੁੱਲ ਲੈਂਦੇ। ਅਸੀਂ ਕਰਦੇ ਕੀ ਹਾਂ? ਕਾਰਪੋਰੇਟ ਘਰਾਣਿਆਂ ਨੂੰ ਲਿਆਉਣ ਲਈ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਮੁੰਬਈ ਗਏ, ਸੁਖਬੀਰ ਸਿੰਘ ਬਾਦਲ ਵੀ ਗਏ। ਐਸੀ ਮੈਨੂੰ ਨਹੀਂ ਪਤਾ ਦਿਮਾਗ 'ਚ ਕੀ ਚੀਜ਼ ਅੱਛੀ ਕੀ ਹੈ, ਸਮਝ ਨਹੀਂ ਆਉਂਦੀ। ਜਿਹੜੇ ਕਾਰਖਾਨੇ ਵਗੈਰਾ ਸਾਨੂੰ ਸਰ ਜੂਗਾ, ਵੱਡੇ ਘਰਾਣੇ ਹੈ। ਹੁਣ ਮੋਦੀ ਸਾਹਿਬ ਤੇ ਐਲੀਗੇਸ਼ਨ ਲਾਉਂਦੇ ਆ ਕਿ ਜਿਹੜੇ ਵੀ ਵੱਡੇ ਘਰਾਣੇ ਲੈ ਕੇ ਮੋਦੀ ਸਾਹਿਬ ਆਏ। ਮੈਂ ਗੱਲ ਸੁਣੋ, ਤੁਸੀਂ ਮੋਦੀ ਸਾਹਿਬ ਦਾ ਵਿਰੋਧ ਕਰਦੇ ਹੋ, ਜੇ ਕਿਸ ਕਾਰਨ ਕਰਦੇ ਹੋ ਯਾਰ, ਉਹ ਸਾਨੂੰ ਦੱਸੋ ਤਾਂ ਸਹੀ। ਇਸ ਮੋਦੀ ਪ੍ਰਧਾਨ ਮੰਤਰੀ ਬਣਨ ਬਾਅਦ ਕੀ ਨਹੀਂ ਕੀਤਾ? ਅੱਜ ਮੇਰੀ ਇੱਕ ਮਾਤਾ ਭੈਣਾ ਜਿਹੜੀ ਮੋਦੀ ਸਾਹਿਬ ਦੇ ਬਾਰੇ ਕਹਿੰਦੀਆਂ ਯਾਰ ਗੈਸ ਸਿਲੰਡਰ ਸਾਨੂੰ ਦਿੱਤੇ, ਸਾਨੂੰ ਕੀ ਨਹੀਂ ਦਿੱਤਾ? ਇੱਕ ਇੱਕ ਚੀਜ਼ ਦੇਖੋ ਤਾਂ ਸਹੀ ਪਹਿਲੇ। ਔਰ ਬਾਹਰਲੇ ਘਰਾਣੇ ਜਿਹੜੇ ਮਤਲਬ ਉਹਨਾਂ ਦੀ ਏਅਰਟੈਲ ਵਾਲਿਆਂ ਦੀ, ਅੰਬਾਨੀ ਅਡਾਨੀ ਦੀ ਗੱਲ ਕਰਦੇ ਹੋ। ਅਡਾਨੀ ਅੰਬਾਨੀ ਕੋਈ ਮੋਦੀ ਸਾਹਿਬ ਦੇ ਚਾਚੇ ਦੇ ਪੁੱਤ ਨੇ ਕਿ ਉਹਦੇ ਭਰਾ ਨੇ? ਮੋਦੀ ਸਾਹਿਬ ਨੇ ਤਾਂ ਆਪਦੇ ਪਰਿਵਾਰ ਨੂੰ ਕਦੇ ਇੱਥੇ PM ਹਾਊਸ 'ਚ ਨਹੀਂ ਕਦੇ ਦੇਖਿਆ ਕਿਸੇ ਨੇ। ਉਹਨਾਂ ਦੇ ਭਰਾ ਤਾਂ ਅੱਜ ਡਿਪੂ ਚਲਾ ਰਹੇ ਨੇ, ਉਹਨਾਂ ਨੂੰ ਕਿਉਂ ਨਹੀਂ ਉਠਾਇਆ? ਉਹਨਾਂ ਨੇ ਇਹਨਾਂ ਨੂੰ ਕਿਉਂ ਉਠਾਏਗਾ? ਦੇਖੋ ਦੇਸ਼ ਵਾਸਤੇ ਸਾਰਾ ਕੁਝ ਕਰਨਾ ਪੈਂਦਾ ਹੈ, ਇਹਨਾਂ ਦੀ ਵੀ ਲੋੜ ਹੈ। ਹੁਣ ਮੈਂ ਜਿਹੜੀ ਗੱਲ ਕਰ ਰਿਹਾ, ਕਈ ਬੱਚੇ ਜਿਹੜੇ ਦੇਖੋ ਨੌਜਵਾਨ ਬੱਚੇ ਨੇ, ਉਹ ਅੱਜ ਜਿਹੜੀ ਨੌਜਵਾਨੀ ਨੇ ਉਹਨਾਂ ਕੱਲ੍ਹ ਨੂੰ ਇਹਨਾਂ ਦੇ ਬਾਹਰ ਆਉਣਾ। ਇਹਨਾਂ ਨੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਵੀ ਇਹਨਾਂ ਨੇ ਬਣਨਾ, ਔਰ ਇਹਨਾਂ ਨੇ ਰਾਸ਼ਟਰਪਤੀ ਬਣਨਾ, ਇਹਨਾਂ ਨੇ MLA ਬਣਨਾ, ਇਹਨਾਂ ਨੇ ਸਭ ਕੁਝ ਬਣਨਾ। ਜੇ ਅੱਜ ਅਸੀਂ ਸਾਡੇ ਵਰਗੇ 64-65 ਸਾਲ ਦੇ ਹੋ ਗਏ ਸੀ, ਕਿੰਨੇ ਦਿਨ ਸਾਡੀ ਗੱਲ ਹੈ। ਪਰ ਮੈਂ ਕਹਿੰਦਾ ਕਿ ਮੈਂ ਇੱਕ ਨਿਰੋਲ ਕਿਸਾਨ ਹਾਂ। ਠੀਕ ਹੈ, ਅੱਜ ਗੱਲ ਕੀਤੀ ਜਾ ਰਹੀ ਹੈ, ਚਲੋ ਉਹਦੇ ਵਿੱਚ ਕੋਈ ਕਮੀ ਸੀ ਉਹ ਕੱਢਤੀ, ਤੇ ਆਪਾਂ ਐਜੀ ਦੀ ਨਾ ਜਿੱਦ ਕਰਦੇ ਹੋਏ ਆਓ ਅੱਜ ਜਿਹੜੀ ਸਾਡੀ ਇੱਕ ਤਾਕਤ ਹੈ, ਉਸ ਤਾਕਤ ਦਾ ਅਸੀਂ ਫਾਇਦਾ ਉਠਾਈਏ, ਕਮੇਟੀ ਬਣਾਈਏ, ਔਰ ਅਸੀਂ ਕ੍ਰਿਸ਼ੀ ਨੀਤੀ ਬਣਾ ਕੇ ਔਰ ਕਿੰਨੀ ਚੀਜ਼ ਦੀ ਕੀ ਲੋੜ ਹੈ ਉਸ ਹਿਸਾਬ ਨਾਲ ਅਸੀਂ ਸਿਸਟਮ ਬਣਾਈਏ। ਤਾਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਤਰ੍ਹਾਂ ਇੱਕ ਕਮੇਟੀ ਜਿਹੜੀ ਹੈ ਉਹ ਕਿਸਾਨਾਂ ਨੂੰ ਬਣਵਾਉਣੀ ਚਾਹੀਦੀ ਹੈ, ਔਰ ਕਿਸ ਤਰੀਕੇ ਦੇ ਨਾਲ ਕਣਕ ਅਤੇ ਝੋਨੇ ਤੋਂ ਬਾਹਰ ਨਿਕਲਣਾ ਚਾਹੀਦਾ। ਸੁਪਰੀਮ ਕੋਰਟ ਦੇ ਨਾਲ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ, ਲੇਕਿਨ ਯੈਸ ਔਰ ਨੋ ਵਾਲੇ ਫਾਰਮੂਲੇ ਤੋਂ ਬਾਹਰ ਨਿਕਲ ਗਏ। ਅਰਵਿੰਦ ਕੇਜਰੀਵਾਲ ਤੇ ਵੀ ਨਿਸ਼ਾਨੇ ਸਾਧੇ ਕਿ ਅਰਵਿੰਦ ਕੇਜਰੀਵਾਲ ਸਿਰਫ ਨੋਟੰਕੀ ਕਰ ਰਹੇ। ਕੈਮਰਾਮੈਨ ਅਜੇ ਦੇ ਨਾਲ ਪੰਕਜ ਕਪਾਹੀ, ਨਿਊਜ਼ 18 ਦਿੱਲੀ।